बिस्मिल्लाहिर्रहमानिर्रहीम अस्सलामुअलैकुम वरहमतुल्लाहि वबरकातुहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसी सारे ठीक ठाक होवोगे। अल्लाह ताला सब ते रहमत फरमाए। अल्लाह ताला सब नू अपने हिफ्ज़ो ईमान दे विच रखे। अज दे व्लॉग दे विच मैं तुहानू एक बरतानिया यूके दे विच ऐसा वाकया दर्द वाला जिन्नू सुन के तुसी बहुत परेशान हो जाओगे। ऐसा इंसानियत सोच वाकया कि इंसान जेड़ा इंसानियत ही उहदे विच नहीं रह गई। इस तरह का वाकया कि जिन्होंने सुन के बंदा परेशान हो जाता। ये वाकया इस तरह का कि एक यूके दे विच पाकिस्तानी फैमिली रहती है। इस फैमिली दे विच 4 मैंबर हुंदे ने। एक वालदा, एक वालद, एक बच्ची हुंदी है जिहदी उम्र 31 साल हुंदी है और एक बच्चा हुंदा जिहदी उम्र 40 साल हुंदी है। हुण ये जिहड़ा बच्चा 40 साल दा बरतानिया दे विच रहिंदा, उहदी शादी नहीं हो रही हुंदी। ना ये करदे ने ना करना चाहते ने शादी यूके दे विच बरतानिया दे विच, क्योंकि इन्हां पता जदों यूके दी लड़की लिआंदी ते ओनू उत्थे सारे कानूनां दा पता ते असीं ओनू अंडर प्रैशर करके नहीं रख सकदे हैगे। ते ओह कहंदे आ कि अगर यूके दी लड़की लिआंदी उन्हें काम भी नहीं करना हैगा, बल्कि उल्टा सानू फसवा देगी। आप अपने बच्चे दी शादी जिहड़ी है ना पाकिस्तान करदे आ। ये लोग उस बच्चे दी शादी करने वास्ते जिहदी उम्र 40 साल हुंदी आ पंजाब च पाकिस्तान दे विच आ जांदे ने और एक गांव दे विच जांदे ने। जिथे रहिंदे हुंदे ने उत्थे पता लगदा है, उत्थे गल निकलदी आ कि बरतानिया तो एक फैमिली आई आ जिहड़ी अपने बच्चे दी शादी करना चाहंदे ने जिहदी उम्र 40 साल आ। ਉਹ ਜਦੋਂ ਇਹ ਜੀਆਂ ਗੱਲਾਂ ਨਿਕਲਦੀਆਂ ਸਾਰੇ ਲੋਕ ਫਿਰ ਤਿਆਰ ਹੋ ਜਾਂਦੇ ਨੇ ਰਿਸ਼ਤਾ ਦੇਣ ਵਾਸਤੇ। ਇਹ ਨਹੀਂ ਵੇਖਦੇ ਕਿ ਇਸ ਬੰਦੇ ਦੀ ਉਮਰ ਕਿੰਨੀ ਆ ਔਰ ਇਹ ਬੰਦਾ ਕੀ ਕਰਦਾ, ਉੱਥੇ ਕੀ ਹੋਏਗਾ। ਬਸ ਉਹ ਜਦੋਂ ਇਨਸਾਨ ਲਾਲਚ ਦੇ ਵਿੱਚ ਆ ਜਾਂਦਾ ਨਾ, ਉਹ ਲਾਲਚ ਇਨਸਾਨ ਨੂੰ ਲੈ ਬੈਂਦਾ। ਬਸ ਉਹ ਫਿਰ ਹਰ ਬੰਦਾ ਕਹਿੰਦਾ ਮੈਂ ਆਪਣੀ ਬੱਚੀ ਦੀ ਸ਼ਾਦੀ ਜਿਹੜੀ ਆ ਬਰਤਾਨੀਆ ਕਰਦੇ ਆ, ਯੂਕੇ ਕਰਦੇ ਆ, ਚਲੋ ਇਹ ਬੰਦਾ ਬਾਹਰ ਉਹਨੂੰ ਲੈ ਜਾਏਗਾ। ਬਾਅਦ ਦੇ ਵਿੱਚ ਉਹ ਜਿਹੜੀ ਲੜਕੀ ਆ ਉਹ ਆਪਣੇ ਭੈਣ ਭਰਾਵਾਂ ਨੂੰ ਵੀ ਬੁਲਾ ਲਏਗੀ। ਇਸ ਤਰ੍ਹਾਂ ਸਾਡੀ ਜਿਹੜੀ ਸਾਰੀ ਫੈਮਿਲੀ ਆ ਉਹ ਵੀ ਬਾਹਰ ਯੂਕੇ ਬਰਤਾਨੀਆ ਸੈੱਟ ਹੋ ਜਾਏਗੀ। ਕਿਉਂਕਿ ਜਿਹੜੇ ਬੰਦੇ ਨੂੰ ਬਾਹਰ ਦਾ ਵੀਜ਼ਾ ਮਿਲ ਜਾਂਦਾ ਯੂਕੇ ਬਰਤਾਨੀਆ ਜਾਂ ਯੂਰਪ ਕੰਟਰੀ ਦਾ, ਕਿਸੇ ਮੁਲਕ ਦਾ ਵੀ, ਆਸਟ੍ਰੇਲੀਆ ਵਗੈਰਾ ਦਾ, ਉਹ ਇਹ ਸਮਝਦਾ ਕਿ ਮੈਨੂੰ ਯਾਰ ਜੰਨਤ ਦਾ ਟਿਕਟ ਮਿਲ ਗਿਆ। ਤੇ ਉਹ ਇਹ ਨਹੀਂ ਸੋਚਦੇ ਕਿ ਯਾਰ ਇਹ ਸਭ ਆਰਜ਼ੀ ਮਜ਼ੇ ਨੇ। ਜੰਨਤ ਜਹੰਨਮ ਜਿਹੜੀ ਆ ਉਹ ਤਾਂ ਆਖਰੀ ਜਹਾਨ ਦੇ ਵਿੱਚ ਆ। ਲੇਕਿਨ ਉਹ ਯੂਕੇ ਦਾ ਪਾਸਪੋਰਟ ਜਾਂ ਅਰਬ ਕੰਟਰੀ ਜਾਂ ਯੂਰਪ ਕੰਟਰੀ ਦਾ ਕਿਸੇ ਦਾ ਵੀ ਪਾਸਪੋਰਟ ਵੀਜ਼ਾ ਮਿਲ ਜਾਏ ਤੇ ਬੰਦਾ ਬੜਾ ਖੁਸ਼ ਹੁੰਦਾ। ਜੀ ਮੈਨੂੰ ਸਮਝੋ ਕਿ ਜੰਨਤ ਮਿਲ ਗਈ ਆ। ਯਾਰ ਜੋ ਦੁਨੀਆਵੀ ਮਜ਼ੇ ਨੇ ਸਾਰੇ ਇੱਥੇ ਹੀ ਰਹਿ ਜਾਂਦੇ, ਦੁਨੀਆਦਾਰੀ ਆ। ਤੇ ਚਲੋ ਕੋਈ ਗੱਲ ਨਹੀਂ, ਜੇ ਉੱਥੇ ਜਾ ਕੇ ਪੈਸਾ ਪੂਸਾ ਕਾਫੀ ਕਮਾਉਂਦੇ ਨੇ ਤੇ ਇਹ ਇੱਕ ਅਲੱਗ ਬਾਤ ਆ, ਉਹਨੂੰ ਤੁਸੀਂ ਜੰਨਤ ਨਹੀਂ ਕਹਿ ਸਕਦੇ ਹੈਗੇ। ਇਹ ਬੜਾ ਅਮੀਰ ਖਾਨਦਾਨ ਹੁੰਦਾ, ਇਹਨਾਂ ਕੋਲ ਚੰਗੀਆਂ ਮਹਿੰਗੀਆਂ ਗੱਡੀਆਂ ਹੁੰਦੀਆਂ ਤੇ ਕੋਠੀ ਵੀ ਚੰਗੀ, ਉੱਥੇ ਬੰਗਲਾ ਹੁੰਦਾ। ਤੇ ਇਹ ਜਿਸ ਵੇਲੇ ਉੱਥੇ ਪੰਜਾਬ ਆਂਦੇ ਨੇ ਪਾਕਿਸਤਾਨ ਤੇ ਲੋਕ ਤਿਆਰ ਹੋਏ ਰਿਸ਼ਤੇ ਵਾਸਤੇ ਤੇ ਇੱਕ ਫੈਮਿਲੀ ਹੁੰਦੀ ਆ। ਉਸ ਫੈਮਿਲੀ ਦੀ ਬੱਚੀ 23 ਸਾਲ ਦੀ ਬੜੀ ਨੌਜਵਾਨ ਖੂਬਸੂਰਤ, ਉਹਨੇ MSc ਜਾਂ MA ਕੀਤਾ ਹੋਇਆ, ਯਾਨੀ ਚੰਗੀ ਪੜ੍ਹੀ ਲਿਖੀ ਲੜਕੀ ਸੀ। ਤੇ ਉਹਦਾ ਰਿਸ਼ਤਾ ਉਸ ਲੜਕੀ ਵਾਲਿਆਂ ਨੇ ਉਸ ਲੜਕੇ ਵਾਲਿਆਂ ਨੂੰ ਆਫਰ ਕੀਤਾ ਕਿ ਤੁਸੀਂ ਸਾਡੀ ਬੱਚੀ ਦਾ ਰਿਸ਼ਤਾ ਲੈ ਲਓ। ਲੜਕੇ ਵਾਲਿਆਂ ਨੇ ਜਿਸ ਵੇਲੇ ਉਹ ਬੱਚੀ ਵੇਖੀ, ਬੱਚੀ ਬੜੀ ਖੂਬਸੂਰਤ, ਇੰਤਹਾਈ ਅੱਛੀ ਸੋਹਣੀ ਸੀ ਤੇ ਇਹਨਾਂ ਨੇ ਰਿਸ਼ਤਾ ਪਸੰਦ ਕਰ ਲਿਆ। ਤੇ ਹੁਣ ਤੁਸੀਂ ਦੇਖੋ ਇਹਨਾਂ ਦੀ ਉਮਰ ਦੇ ਵਿੱਚ ਕਿੰਨਾ ਫਰਕ ਆ। 40 ਸਾਲ ਬੱਚੇ ਦੀ ਉਮਰ ਆ ਤੇ 23 ਸਾਲ ਬੱਚੀ ਦੀ ਉਮਰ ਆ ਤੇ 17 ਸਾਲ ਦੀ ਉਮਰ ਦਾ ਫਰਕ ਆ। ਅਸੀਂ ਲੋਕ ਜਦੋਂ ਪਾਕਿਸਤਾਨ ਦੇ ਵਿੱਚ ਰਿਸ਼ਤਾ ਕਰਨ ਲੱਗਦੇ ਆ ਨਾ, ਅਸੀਂ ਬੜੀ ਪੁੱਛਗਿੱਛ ਕਰਦੇ ਆ। ਅਸੀਂ ਉਹਨਾਂ ਦੇ ਘਰ ਤੱਕ ਪਹੁੰਚਦੇ ਆ, ਉਹਦੇ ਦੋਸਤਾਂ ਤੱਕ ਪਹੁੰਚਦੇ ਆ, ਫਿਰ ਉਹਦੇ ਦਫ਼ਤਰ ਵੀ ਜਾ ਕੇ ਚੈਕਿੰਗ ਕਰਦੇ ਆ, ਆਇਆ ਇਹ ਇੱਥੇ ਅਫਸਰ ਲੱਗਾ ਵੀ ਆ ਜਾਂ ਨਹੀਂ, ਕਿਸ ਤਰ੍ਹਾਂ, ਜਾਂ ਇੱਥੇ ਨੌਕਰੀ ਕਰ ਰਿਹਾ। ਬੜੀ ਤਫਤੀਸ਼ ਕਰਦੇ ਆ ਜਦੋਂ ਅਸੀਂ ਪਾਕਿਸਤਾਨ ਦੇ ਵਿੱਚ ਰਿਸ਼ਤਾ ਕਰਦੇ ਆ। ਲੇਕਿਨ ਜਦੋਂ ਅਸੀਂ ਬਾਹਰ ਦੇ ਵਿੱਚ ਰਿਸ਼ਤਾ ਕਰਦੇ ਆ, ਅਸੀਂ ਕੋਈ ਗੱਲ ਨਹੀਂ ਸੋਚਦੇ ਹੈਗੇ, ਅਸੀਂ ਫਟਾਫਟ ਰਿਸ਼ਤਾ ਕਰਕੇ ਤੇ ਉਹ ਮਾਰਦੇ ਆ। ਇਸੇ ਤਰ੍ਹਾਂ ਇਸ ਫੈਮਿਲੀ ਨੇ ਫਟਾਫਟ ਉਸ 40 ਸਾਲਾ ਨੌਜਵਾਨ ਦੇ ਨਾਲ 23 ਸਾਲਾ ਲੜਕੀ ਦੀ ਸ਼ਾਦੀ ਕਰਤੀ ਔਰ ਉਹ ਫਿਰ ਨਿਕਾਹ ਕਰਕੇ ਬਾਹਰ ਲੈ ਜਾਂਦੇ ਨੇ। ਉਹ ਕਹਿੰਦੇ ਨੇ ਕਿ ਸਾਡੀ ਡਿਮਾਂਡ ਕੋਈ ਨਹੀਂ, ਅਸੀਂ ਜਹੇਜ਼ ਨਹੀਂ ਲੈਣਾ ਹੈਗਾ। ਇਹ ਗੱਲ ਜਦੋਂ ਸਾਰੇ ਦੁਨੀਆ ਸੋਚਦੀ ਹੈ ਵੀ ਇਹਨਾਂ ਨੇ ਜਹੇਜ਼ ਵੀ ਨਹੀਂ ਲੈਣਾ, ਯਾਰ ਸਾਡੀ ਲੜਕੀ ਜਿਹੜੀ ਆ ਬਾਹਰ ਜਾਏਗੀ, ਜੈਸ਼ੀ ਮਾਰੇਗੀ, ਫਟਾਫਟ ਨਿਕਾਹ ਕਰਦੇ ਆ ਜੀ। ਤੇ ਉਹਨਾਂ ਨੂੰ ਕਹਿੰਦੇ ਆ ਲਓ ਜੀ ਕਾਗਜ਼ ਪੇਪਰ, ਇਸ ਬੱਚੀ ਦੇ ਤੁਸੀਂ ਪੇਪਰ ਤਿਆਰ ਕਰਵਾਓ ਔਰ ਫਿਰ ਇਹਨੂੰ ਬਾਹਰ ਲੈ ਜਾਣਾ। ਚੰਦ ਹਫ਼ਤਿਆਂ ਜਾਂ ਮਹੀਨਿਆਂ ਬਾਅਦ ਉਹਨਾਂ ਨੇ ਉਸ ਬੱਚੀ ਦੇ ਕਾਗਜ਼ ਪੇਪਰ ਤਿਆਰ ਕਰਵਾਏ ਔਰ ਉਸ ਬੱਚੀ ਨੂੰ ਫਿਰ ਬਰਤਾਨੀਆ ਲੈ ਗਏ। ਬਰਤਾਨੀਆ ਲਿਜਾ ਕੇ ਇਹਨਾਂ ਨੇ ਫਿਰ ਯੂਕੇ ਦੇ ਵਿੱਚ ਉਸ ਬੱਚੀ ਨਾਲ ਪਹਿਲੇ 3 ਮਹੀਨੇ ਤਾਂ ਇਸ ਤਰ੍ਹਾਂ ਦਾ ਮਾਹੌਲ ਬਣਾਈ ਰੱਖਿਆ ਕਿ ਉਹਨੂੰ ਬੜਾ ਖੁਸ਼ ਰੱਖਿਆ ਤੇ ਉਹਦੇ ਪੈਰ ਜ਼ਮੀਨ ਤੇ ਨਹੀਂ ਸੀ ਲੱਗਦੇ। ਜਿੱਥੇ ਵੀ ਜਾਂਦੀ ਸੀ ਕਾਰਪੈਟ ਇਹ ਉਹ ਸਾਰਾ ਕੁਝ ਵਿਛਿਆ ਹੋਇਆ ਸੀ। ਉਹਨੂੰ ਤਰ੍ਹਾਂ ਦੇ ਖਾਣੇ ਬਨ ਸਵਾਨੇ। ਲੜਕੀ ਬੜੀ ਖੁਸ਼ ਹੋ ਗਈ ਕਿ ਮੈਂ ਬਹੁਤ ਚੰਗੀ ਰਹਿ ਗਈ, ਮੇਰੀ ਸ਼ਾਦੀ ਬਰਤਾਨੀਆ
ਬਰਤਾਨੀਆ ਹੋ ਗਈ ਆ। ਤੇ ਉਹ ਲੜਕੀ ਜਿਹੜੀ ਸੀ ਜਦੋਂ ਇਤਨਾ ਇਤਮਾਦ ਉਹਨੇ ਹਾਸਲ ਕਰ ਲਿਆ ਤੇ ਉਹ ਫਿਰ ਕਹਿਣ ਲੱਗੇ ਕਿ ਬੇਟਾ ਤੂੰ ਪਾਸਪੋਰਟ ਦੇ ਦੇ, ਤੇਰਾ ਪਾਸਪੋਰਟ ਨਾ ਗੁੰਮ ਜਾਏ। ਤੇ ਬੇਟੀ ਕਹਿਣ ਲੱਗੀ ਲੈ ਲਓ ਪਾਸਪੋਰਟ, ਕੋਈ ਗੱਲ ਨਹੀਂ। ਤੇ ਜਿਸ ਵੇਲੇ ਪਾਸਪੋਰਟ ਲੈ ਲਿਆ, ਬਸ ਫਿਰ 3 ਮਹੀਨੇ ਬਾਅਦ ਫਿਰ ਉਹਦੇ ਤੇ ਕਾਠੀ ਪਾ ਲਈ ਉਹਨਾਂ ਨੇ। ਹੌਲੀ ਹੌਲੀ ਉੱਤੇ ਘਰ ਦਾ ਵਜ਼ਨ, ਸਾਰਾ ਕੰਮ ਕਰਾਣਾ, ਜ਼ਿੰਮੇਦਾਰੀਆਂ, ਬਰਤਨ ਧੋਲਾ, ਕਿਚਨ ਚਲ ਜਾ, ਰੋਟੀ ਪਕਾ, ਗਾਰਡਨ ਵਗੈਰਾ, ਬਾਗ ਵਗੈਰਾ ਸਾਫ਼ ਕਰ, ਤੇ ਕੰਧਾਂ ਸਾਫ਼ ਕਰ, ਦੀਵਾਰਾਂ ਸਾਫ਼ ਕਰ, ਤੇ ਲੈਟਰੀਨਾਂ ਸਾਫ਼ ਕਰ, ਉਹਦੀਆਂ ਡਿਊਟੀਆਂ ਸਾਰੀਆਂ ਲਾਤੀਆਂ। ਉਹ ਬੜੀ ਪਰੇਸ਼ਾਨ ਹੋ ਗਈ। ਉਹ ਕਹਿੰਦੀ ਕਿਹੜੇ ਹਿਸਾਬ ਦੇ ਵਿੱਚ ਮੈਂ ਤਾਂ ਫਸ ਗਈ, ਮੈਂ ਤਾਂ ਜੇਲ੍ਹ ਚ ਆ ਗਈ ਆ। ਤੇ ਉਹਨੂੰ ਘਰ ਵੀ ਉਹਨਾਂ ਨੇ ਫੋਨ ਤੇ ਗੱਲ ਨਹੀਂ ਕਰਨ ਦੇਣੀ। ਤੇ ਆਸਤਾ ਆਸਤਾ ਫਿਰ ਉਹਨਾਂ ਨੇ ਹਫ਼ਤੇ ਬਾਅਦ ਉਹਨਾਂ ਨੇ ਸਿਰਫ ਵਾਇਸ ਕਾਲ ਕਰਨੇ ਦੀ ਇਜਾਜ਼ਤ ਦਿੱਤੀ, ਕਿਉਂਕਿ ਅਗਰ ਭਈ ਉਹ ਕਾਲ ਕਰੇਗੀ ਉਹਦਾ ਘਰ ਦੇ ਚਿਹਰਾ ਵੇਖ ਲੈਣਗੇ, ਚਿਹਰੇ ਨੂੰ ਵੇਖ ਕੇ ਜੱਜਮੈਂਟ ਕਰ ਲੈਣਗੇ ਕਿ ਸਾਡੀ ਬੱਚੀ ਜਿਹੜੀ ਪਰੇਸ਼ਾਨ ਆ। ਇਸ ਵਾਸਤੇ ਉਹ ਵੀਡੀਓ ਕਾਲ ਨਹੀਂ ਸੀ ਉਹਨੂੰ ਕਰ ਦਿੰਦੇ। ਹਫ਼ਤੇ ਬਾਅਦ ਉਹਨਾਂ ਨੇ ਅਸੂਲ ਬਣਾਤਾ ਕਿ ਤੂੰ ਇੱਕ ਦਫਾ ਆਪਣੇ ਵਾਲਿदैन ਦੇ ਨਾਲ ਗੱਲ ਕਰਨੀ ਆ, ਉਹ ਵੀ ਸਾਡੇ ਖੜਿਆਂ ਹੁੰਦਿਆਂ, ਤਾਂ ਕਿ ਤੂੰ ਕੋਈ ਫਜ਼ੂਲ ਗੱਲ ਨਾ ਉਹਨਾਂ ਨਾਲ ਕਰ ਸਕੇ, ਉਹਨਾਂ ਨੂੰ ਦੱਸ ਨਾ ਸਕੇ। ਇੰਨੀ ਉੱਤੇ ਪਾਬੰਦੀ ਲਾਤੀ ਤੇ ਉਹ ਵਿਚਾਰੀ ਬੜੀ ਪਰੇਸ਼ਾਨ ਹੋ ਗਈ। ਤੇ ਉਸੇ ਫੈਮਿਲੀ ਦੇ ਇੱਕ ਰਿਸ਼ਤੇਦਾਰ ਸੀ ਉੱਥੇ ਰਹਿੰਦੇ ਯੂਕੇ, ਉਹ ਸ਼ੁਰੂ ਦੇ ਵਿੱਚ ਜਦੋਂ ਆਉਂਦੇ ਰਹੇ ਉਸ ਫੈਮਿਲੀ ਨੂੰ ਇਹ ਉਸ ਨਵੀਂ ਬਹੂ ਨੂੰ ਮਿਲਾਉਂਦੇ ਰਹੇ, ਲੇਕਿਨ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਆਣਾ, ਕਦੀ ਆਣਾ, ਉਹਨਾਂ ਨੇ ਇਹਨੂੰ ਮਿਲਣ ਨਾ ਦੇਣਾ। ਉਹਨਾਂ ਨੇ ਬਹਾਨਾ ਲਾ ਦੇਣਾ ਜੀ ਉਹਨੂੰ ਬੁਖਾਰ ਚੜੇ ਆ ਜਾਂ ਉਹ ਬਾਹਰ ਗਈ ਆ। ਹਾਲਾਂਕਿ ਸ਼ੋਹਰ ਵੀ ਘਰ ਹੁੰਦਾ ਸੀ, ਉਹ ਬਾਹਰ ਲੈਣ ਕੀ ਜਾਂਦੀ ਸੀ। ਤੇ ਯਾਨੀ ਉਹਨਾਂ ਨੇ ਉਹਨੂੰ ਟਰਕਾਤਾ, ਉਸ ਖਾਨਦਾਨ ਨੂੰ ਮਿਲ ਨਹੀਂ ਦਿੱਤਾ ਜਿਹੜਾ ਇਹਨਾਂ ਦਾ ਸੀ। ਤੇ ਇਹਨਾਂ ਦੇ ਫਿਰ ਖਾਨਦਾਨ ਨੇ ਇੱਕ ਮਹੱਲੇ ਵਾਲੇ ਬੰਦੇ ਦੀ ਡਿਊਟੀ ਲਾਈ ਕਿ ਤੁਸੀਂ ਦੇਖੋ ਇਸ ਔਰਤ ਦੇ ਨਾਲ ਜ਼ਿਆਦਤੀ ਹੋ ਰਹੀ ਜਾਂ ਕੀ ਵਜ੍ਹਾ ਆ, ਉਹ ਨਜ਼ਰ ਨਹੀਂ ਆਉਂਦੀ, ਸਾਨੂੰ ਨਹੀਂ ਮਿਲਵਾਉਂਦੀ। ਉਹ ਮਹੱਲੇ ਦਾ ਜਿਹੜਾ ਬੰਦਾ ਸੀ ਉਹਨੇ ਫਿਰ ਨਾ ਇਹਦੀ ਰੈਕੀ ਕਰਨੀ ਸ਼ੁਰੂ ਕਰਤੀ, ਦੇਖਣਾ ਸ਼ੁਰੂ ਕਰਤਾ। ਉਹਨਾਂ ਨੇ ਫਿਰ ਉਸ ਰਿਸ਼ਤੇਦਾਰ ਨੂੰ ਫੋਨ ਕੀਤਾ ਕਿ ਇੱਥੇ ਜਿਹੜੇ ਹਾਲਾਤ ਨੇ ਨਾ ਬੜੇ ਖਰਾਬ ਨੇ, ਨਜ਼ਰ ਆ ਰਿਹਾ ਇਸ ਤਰ੍ਹਾਂ ਦਾ ਕੋਈ ਵਾਕਿਆ ਪੇਸ਼ ਨਾ ਆ ਜਾਏ ਕਿ ਜਿਹਦੀ ਵਜ੍ਹਾ ਨਾਲ ਪਾਕਿਸਤਾਨ ਦੀ ਸਾਰੀ ਕਮਿਊਨਿਟੀ ਜਿਹੜੀ ਆ ਉਹ ਬਦਨਾਮ ਹੋ ਜਾਏ। ਤੁਸੀਂ ਪੁਲਿਸ ਨੂੰ ਇਤਲਾਹ ਕਰੋ ਔਰ ਇਸ ਬੱਚੀ ਦੇ ਮੁਤਲਕ ਪੁਲਿਸ ਨੂੰ ਕਹੋ ਕਿ ਤਹਿਕੀਕਾਤ ਕਰਨ। ਫਿਰ ਉਹ ਬੰਦੇ ਜਿਹੜੇ ਨੇ ਰਿਸ਼ਤੇਦਾਰ ਇਹਨਾਂ ਦੇ, ਉਹ ਤਹਿਕੀਕਾਤ ਕਰਨ ਵਾਸਤੇ ਪੁਲਿਸ ਨੂੰ ਕਾਲ ਕਰਦੇ ਨੇ। ਉਹ ਕਹਿੰਦੇ ਨੇ ਕਿ ਅਸੀਂ ਨਾਮ ਨਹੀਂ ਜ਼ਾਹਰ ਕਰਦੇ, ਲੇਕਿਨ ਸਾਡਾ ਨਾਮ ਲੈਣਾ, ਇਸ ਤਰ੍ਹਾਂ ਫਲਾਂ ਬੱਚੀ ਰਹਿੰਦੀ ਹੈ ਤੇ ਉਹਦੀ ਤਹਿਕੀਕਾਤ ਕਰੋ। ਪੁਲਿਸ ਨੇ ਜਿਸ ਵੇਲੇ ਛਾਪਾ ਮਾਰਿਆ, ਜਾ ਕੇ ਚੈੱਕ ਕੀਤਾ ਕਿ ਉਹ ਬੱਚੀ ਜਿਹੜੀ ਸੀ ਅੰਦਰ ਤਹਿਖਾਨੇ ਦੇ ਵਿੱਚ ਛੁਪਾਈ ਹੋਈ ਸੀ। ਉਹਨੂੰ ਆਪਣੇ ਖਾਵੰਦ ਵਾਲੇ ਕਮਰੇ 'ਚ ਸੌਣ ਦੀ ਵੀ ਇਜਾਜ਼ਤ ਨਹੀਂ ਸੀ। ਇੰਨੀ ਉਹਦੇ ਨਾਲ ਜ਼ਿਆਦਤੀ ਔਰ ਜ਼ੁਲਮ ਕਰਦੇ ਸੀ। ਜਦੋਂ ਜ਼ਿਆਦਤੀ ਔਰ ਜ਼ੁਲਮ ਤੁਸੀਂ ਕਿਸੇ ਨਾਲ ਕਰੋਗੇ ਤੇ ਅੱਲਾ ਦੀ ਪਕੜ ਦੇ ਵਿੱਚ ਫਿਰ ਆਤ ਕਦੀ ਜਾਓਗੇ ਨਾ। ਤੇ ਇਸ ਵਾਸਤੇ ਕਿਸੇ ਦੇ ਉੱਤੇ ਜ਼ੁਲਮ ਔਰ ਜ਼ਿਆਦਤੀ ਨਹੀਂ ਕਰਨੀ ਚਾਹੀਦੀ। ਇਹ ਜਿਹੜੇ ਪਾਕਿਸਤਾਨ ਚੋਂ ਲੜਕੀਆਂ ਨੂੰ ਵਿਆਹ ਕੇ ਲੈ ਜਾਂਦੇ ਨੇ, ਸ਼ਾਦੀ ਕਰਕੇ ਉਹਨਾਂ ਦੇ ਉੱਤੇ ਬਹੁਤ ਜ਼ੁਲਮ ਕਰਦੇ ਨੇ। ਤੇ ਇਸ ਵਾਸਤੇ ਕਿਸੇ ਦੇ ਉੱਤੇ ਜ਼ੁਲਮ ਔਰ ਜ਼ਿਆਦਤੀ ਨਹੀਂ ਕਰਨੀ ਚਾਹੀਦੀ। ਹੁਣ ਸਾਰਿਆਂ ਨੇ ਇਹ ਕਾਨੂੰਨ ਬਣਾਤਾ ਕਿ ਅਗਰ ਤੁਹਾਡਾ ਵੀਜ਼ਾ ਐਕਸਪਾਇਰ ਹੋ ਜਾਂਦਾ, ਤੁਹਾਡੀ ਤਲਾਕ ਹੋ ਜਾਂਦੀ ਆ ਖਾਮਦ ਕੋਲੋਂ, ਤੇ ਬੀਵੀ ਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਉਹ ਖੁਦ ਵੀਜ਼ਾ ਹੁਣ ਲਗਵਾ ਸਕਦੀ ਆ। ਉਹ ਪਾਕਿਸਤਾਨ ਡੀਪੋਰਟ ਨਹੀਂ ਉਹਨੂੰ ਕਰਦੇ ਹੈਗੇ। ਇਸ ਤਰ੍ਹਾਂ ਪਾਕਿਸਤਾਨੀ ਉਸ ਫੈਮਿਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਫਿਰ ਤਹਿਕੀਕਾਤ ਕੀਤੀਆਂ ਗਈਆਂ। ਕੇਸ ਫਿਰ ਜਿਸ ਵੇਲੇ ਅਦਾਲਤ ਦੇ ਵਿੱਚ ਗਿਆ ਤੇ ਇੱਕ ਨੂੰ 23 ਸਾਲ ਸਜ਼ਾ, ਇੱਕ ਨੂੰ 25 ਸਾਲ, ਇੱਕ ਨੂੰ 27 ਸਾਲ, ਉਹਦੇ ਸ਼ੌਹਰ ਨੂੰ ਜਿਹੜੀ ਹੈ ਨਾ 27 ਸਾਲ ਦੀ ਕੈਦ ਦੀ ਸਜ਼ਾ ਅਦਾਲਤ ਨੇ ਸੁਣਾਈ। ਉਹਦੀ ਮਾਂ ਨੂੰ ਵੀ 25-26 ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ। ਇਸ ਤਰ੍ਹਾਂ ਇਹਨਾਂ ਨੂੰ ਕੈਦ ਹੋਈ ਔਰ ਹੁਣ ਸਾਰੀ ਉਮਰ ਉੱਥੇ ਹੀ ਜਲਣਗੇ, ਕੁੜਨਗੇ। ਕੀ ਫਾਇਦਾ ਹੋਇਆ ਤੁਸੀਂ ਜ਼ੁਲਮ ਜ਼ਿਆਦਤੀ ਕੀਤੀ। ਨੌ ਨੂੰ ਨੌ ਬਣਾ ਕੇ ਰੱਖੋ, ਧੀ ਬਣਾ ਕੇ ਰੱਖੋ, ਖੁਦ ਵੀ ਕੰਮ ਕਰ ਲਿਆ ਕਰੋ। ਕੋਈ ਲਾਜ਼ਮੀ ਨਹੀਂ ਨੌ ਦੇ ਉੱਤੇ ਸਾਰਾ ਸੁੱਟ ਦੇਣਾ, ਕੰਮ ਸਾਰਾ ਨਜ਼ਲਾ ਨੌ ਦੇ ਉੱਤੇ ਸੁੱਟ ਦੇਣਾ। ਨੌ ਵੀ ਵਿਚਾਰੀ ਇੱਕ ਲੜਕੀ ਹੈ ਨਾ, ਉਹ ਵੀ ਥੱਕ ਜਾਂਦੀ ਹੋਏਗੀ। ਤੇ ਅੱਲਾਹ ਤਾਲਾ ਸਭ ਤੇ ਰਹਿਮਤ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਇਮਾਨ ਚ ਰੱਖੇ। ਇਸ ਵੀਲੌਗ ਦਾ ਜਿਹੜਾ ਨਤੀਜਾ ਇਹ ਆ ਕਿ ਕਦੀ ਵੀ ਲਾਲਚ ਦੇ ਵਿੱਚ ਨਾ ਆਵੋ। ਪਹਿਲਾਂ ਤਹਿਕੀਕਾਤ ਕਰ ਲਿਆ ਕਰੋ। ਹਮੇਸ਼ਾ ਲਾਲਚ ਦੇ ਵਿੱਚ ਆ ਕੇ ਬੰਦਾ ਮਰਦਾ। ਇਹਨਾਂ ਨੇ ਲਾਲਚ ਦੇ ਵਿੱਚ ਆ ਕੇ ਯੂਕੇ ਬਰਤਾਨੀਆ ਸਾਡੀ ਬੱਚੀ ਚਲੇ ਗਈ, ਸ਼ਾਦੀ ਕਰਤੀ ਤੇ ਉਹ ਉੱਥੇ ਵਿਚਾਰੀ ਜ਼ਿੰਦਗੀ ਤਬਾਹ ਬਰਬਾਦ ਹੋ ਕੇ ਰਹਿ ਗਈ। ਇਸ ਵਾਕਿਆ ਜਿਹੜਾ ਮੈਂ ਤੁਹਾਨੂੰ ਸ਼ੇਅਰ ਕੀਤਾ, ਅੱਲਾਹ ਤਾਲਾ ਸਭ ਤੇ ਰਹਿਮਤ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਇਮਾਨ ਚ ਰੱਖੇ। अस्सलामु अलैकुम व रहमतुल्लाहि व बरकातहू।